ਸਟੱਡੀ ਵੀਜ਼ਾ ਦੇ ਮੁੱਦੇ ਤੇ ਮੈਂ ਬਣਾਂਗਾ ਤੁਹਾਡੀ ਆਵਾਜ਼। ਕੰਸਲਟੈਂਟ ਨੂੰ ਪੁੱਛਾਂਗੇ ਸਿੱਧੇ ਸਵਾਲ ਤੇ ਤੁਹਾਨੂੰ ਮਿਲਣਗੇ ਤੁਹਾਡੇ ਸਵਾਲਾਂ ਦੇ ਜਵਾਬ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਸਾਰਿਆਂ ਦਾ। ਸੋ ਸਟੂਡੈਂਟਸ, ਤੁਸੀਂ ਖੁਦ ਦੇਖਿਆ ਹੋਣਾ ਬਹੁਤ ਸਾਰੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਐਕਸਪਰਟਸ ਦੀ ਅੱਜ ਦੀ ਡੇਟ ਦੇ ਵਿੱਚ ਰਾਏ ਹੈ ਕਿ ਨੌਨ ਐਸਡੀਐਸ ਜਿਹੜੇ ਕੇਸਿਸ ਨੇ ਉਹਨਾਂ ਦਾ ਰਿਜ਼ਲਟ ਕੋਈ ਬਹੁਤ ਜ਼ਿਆਦਾ ਵਧੀਆ ਨਹੀਂ ਆ ਰਿਹਾ, ਇਹ ਸੁਣਨ 'ਚ ਮਿਲ ਰਿਹਾ ਵਾ। ਸੋ ਅਜਿਹੇ ਵਿੱਚ ਨੌਨ ਐਸਡੀਐਸ ਸਟੂਡੈਂਟਸ ਦਾ ਕੈਨੇਡਾ ਵਾਲਿਆਂ ਦਾ ਖਾਸ ਕਰਕੇ ਫਿਊਚਰ ਕੀ ਹੋਏਗਾ, ਅੱਜ ਇਹ ਡਿਸਕਸ ਕਰਨ ਦੀ ਕੋਸ਼ਿਸ਼ ਕਰਾਂਗੇ। ਸਾਡੇ ਨਾਲ ਐਜ਼ ਐਨ ਐਕਸਪਰਟ ਮੌਜੂਦ ਨੇ ਵੀਜ਼ਾ ਆਫਿਸ ਦੇ ਮੈਨੇਜਿੰਗ ਡਾਇਰੈਕਟਰ ਰਣਜੀਤ ਸਿੰਘ ਬਾਲ। ਸਵਾਗਤ ਹੈ ਜੀ। ਧੰਨਵਾਦ ਜੀ। ਪ੍ਰੋਗਰਾਮ ਦੇਖ ਰਹੀ ਸਾਰੀ ਆਡੀਅנס ਨੂੰ ਸਤਿ ਸ੍ਰੀ ਅਕਾਲ ਜੀ। ਸੋ ਰਣਜੀਤ ਜੀ, ਸਮਝਣ ਦੀ ਕੋਸ਼ਿਸ਼ ਕਰਾਂਗੇ ਤੁਹਾਡੇ ਤੋਂ ਕਿ ਇਹ ਟੈਂਪਰੇਰੀ ਫਿਨੋਮੀਨਾ ਆ ਬਈ ਜਿਹੜੇ ਨੌਨ ਐਸਡੀਐਸ ਪਾਰਟੀਕੂਲਰਲੀ ਜਿਨ੍ਹਾਂ ਦਾ ਇੱਕ ਵਿੱਚ 5.5 ਬੈਂਡਸ ਨੇ ਉਹਨਾਂ ਦਾ ਰਿਜ਼ਲਟ ਥੋੜਾ ਜਿਹਾ ਡੀਮੋਟੀਵੇਟਿੰਗ ਹੈ, ਜਾਂ ਇਹਨੂੰ ਤੁਸੀਂ ਲੌਂਗ ਟਰਮ ਫਿਨੋਮੀਨਾ ਮੰਨਦੇ ਹੋ? ਦੇਖੋ ਦੀਪਕ ਜੀ, ਅੰਬੈਸੀ ਦੀ ਜੇ ਗਾਈਡਲਾਈਨ ਨੂੰ ਦੇਖਦੇ ਹਾਂ, ਜੇ ਐਸਡੀਐਸ ਜਾਂ ਨੌਨ ਐਸਡੀ ਜਦੋਂ ਆਪਾਂ ਗੱਲਬਾਤ ਕਰਦੇ ਹਾਂ ਤਾਂ ਇਹ ਡਿਸੀਜਨ ਇਕੱਲੇ ਆਇਲਸ ਤੇ ਨਹੀਂ ਹੁੰਦਾ। ਪੀਟੀ ਵੀ ਕੀਤਾ ਹੋਵੇ, ਟੋਫਲ ਵੀ ਹੋਵੇ, ਤੇ ਤਾਂ ਵੀ ਉਹ ਜਨਰਲ ਕੈਟਾਗਰੀ 'ਚ ਫਾਈਲ ਲੱਗਦੀ। ਪ੍ਰੈਜ਼ੈਂਟ ਟ੍ਰੈਂਡ ਨੂੰ ਅਗਰ ਦੇਖੀਏ ਤਾਂ ਇਹ ਫਿਊਚਰ 'ਚ ਇੰਪਲੀਮੈਂਟ ਰਹਿਣਾ ਕਿ ਨਹੀਂ ਰਹਿਣਾ, ਇਹ ਤਾਂ ਫਿਊਚਰ ਦੀ ਗੱਲ ਹੈ, ਡਿਪੈਂਡ ਕਰੇਗਾ ਨੰਬਰ ਆਫ ਐਪਲੀਕੇਸ਼ਨਸ ਤੇ। ਜੇ ਆਪਾਂ ਨੌਨ ਐਸਡੀਐਸ ਕੇਸਿਸ ਦੇ ਫਿਊਚਰ ਦੀ ਗੱਲ ਕਰੀਏ, ਅਗਰ ਉਹ 1 ਚੋਂ 5.5 ਦਾ ਕਰਕੇ ਨੌਨ ਐਸਡੀਐਸ ਬਣਿਆ ਤਾਂ ਰਿਸਕ ਦੇਖੋ ਫਿਊਚਰ 'ਚ ਵੀ ਰਹਿਣ ਵਾਲਾ, ਕਿਉਂਕਿ ਫਿਊਚਰ 'ਚ ਤੁਹਾਨੂੰ ਵੀ ਪਤਾ ਕਿ ਕੈਨੇਡਾ ਦਾ ਰਸ਼ ਕੋਈ ਘਟਣ ਨਹੀਂ ਵਾਲਾ, ਸ਼ਾਇਦ ਹੋਰ ਵੱਧ ਜੇ। ਮਤਲਬ ਰਸ਼ ਕੈਨੇਡਾ ਦਾ ਡਿਮਾਂਡ ਜਿਹੜੀ ਉਹ ਨਹੀਂ ਘਟਣੀ। ਜੇ ਡਿਮਾਂਡ ਨਹੀਂ ਘਟਣੀ ਤਾਂ ਜਿਹੜੀ ਵੈਰੀ ਓਬਵੀਅਸ ਹੈ ਕਿ ਆਲਰੇਡੀ ਜਿੰਨੀ ਸਪਲਾਈ ਉਹਨਾਂ ਨੂੰ ਚਾਹੀਦੀ, ਉਨੇ ਸਟੂਡੈਂਟ ਉਹਨਾਂ ਨੇ ਟੇਕ ਰੱਖਣਾ, ਉਨੇ ਬੱਚੇ ਉਹਨਾਂ ਨੂੰ ਚਾਹੀਦੇ ਨੇ, ਤਾਂ ਉਹਦੇ ਜਦੋਂ ਉਹਨਾਂ ਨੇ ਚੂਜ਼ ਕਰਨਾ ਨਾ, ਤਾਂ ਇਹ ਚੀਜ਼ਾਂ ਹਮੇਸ਼ਾ ਵੈਸੇ ਦੇਖਦੀ ਹੈ ਕਿ ਹਾਈ ਦੇਖੋ, ਇੱਕ ਹੁੰਦਾ ਪਾਲਿਸੀਜ਼ ਬਣਦੀਆਂ ਨੇ, ਇੱਕ ਹੁੰਦਾ ਪਾਲਿਸੀਜ਼ ਬਣਾਉਣਾ, ਇੱਕ ਹੁੰਦਾ ਉਹਨੂੰ ਇੰਪਲੀਮੈਂਟ ਕਰਨਾ। ਐਸਡੀਐਸ ਵਾਲੀ ਪਾਲਿਸੀ ਪਹਿਲਾਂ ਹੀ ਬਣ ਚੁੱਕੀ ਸੀਗੀ ਸਟ੍ਰੀਮਲਾਈਨ ਕੇਸਿਸ ਨੂੰ ਲੈ ਕੇ, ਉੱਥੇ ਰਿਜ਼ਲਟ ਵੀ ਪੋਜ਼ਿਟਿਵ ਆਉਂਦੇ ਸੀ, ਲੇਕਿਨ ਯੈਸ ਨੰਬਰ ਪੂਰਾ ਕਰਨਾ ਹੁੰਦਾ। ਤੇ ਜਿਹੜੇ ਜਨਰਲ ਕੈਟਾਗਰੀ ਦੇ ਕੇਸਿਸ ਸੀਗੇ ਉਹਦੇ ਉੱਤੇ ਵੀ ਜਿਹੜੇ ਵੀਜ਼ੇ ਆਉਂਦੇ ਸੀ, ਬਟ ਰਸ਼ ਇੰਨਾ ਹੋਇਆ, 1.8 ਮਿਲੀਅਨ ਐਪਲੀਕੇਸ਼ਨ ਪੈਂਡੈਂਸੀ 'ਚ ਗਈ। ਆਈਆਰਸੀਸੀ ਨੇ ਪੈਂਡੈਂਸੀ ਕਲੀਅਰ ਕਰਨ 'ਤੇ ਫੋਕਸ ਕੀਤਾ, ਜਿਹਦੇ ਕਰਕੇ ਜੋ ਸਿੱਧੇ ਕੇਸ ਸਮਝ ਆਉਂਦੇ ਸੀ ਕਿ ਰਿਫਿਊਜ਼ ਕਰ ਸਕਦੇ ਆ, ਜਿਹਦੇ 'ਚ ਐਕਚੁਅਲੀ ਤੁਸੀਂ ਚੈਲੰਜ ਨਹੀਂ ਕਰ ਸਕਦੇ। ਜੇ ਤੁਹਾਡੇ 1 ਚੋਂ 5.5 ਤੁਹਾਨੂੰ ਕਹਿਤਾ ਉਹਨਾਂ ਨੇ ਲੈਂਗੁਏਜ ਐਬਿਲਿਟੀ ਦਾ ਓਬਜੈਕਸ਼ਨ ਲਾਤਾ, ਤੁਸੀਂ ਉਹਨੂੰ ਜਸਟੀਫਾਈ ਨਹੀਂ ਕਰ ਸਕਦੇ। ਫਿਰ ਗੱਲ ਉੱਥੇ ਹੀ ਆ ਜਾਂਦੀ ਹੈ ਰਣਜੀਤ ਜੀ ਕਿ ਤੁਸੀਂ ਕਹਿ ਰਹੇ ਹੋ ਪਾਲਿਸੀ ਤਾਂ ਪਹਿਲਾਂ ਹੀ ਸੀਗੀ 1 ਚ 5.5 ਵਾਲਿਆਂ ਵਾਸਤੇ, ਬਟ ਫਿਰ ਆਪਾਂ ਕਹਿੰਦੇ ਆ ਟ੍ਰੈਂਡ ਕੀ ਚੱਲ ਰਿਹਾ ਜੀ? ਟ੍ਰੈਂਡ ਦੇਖੋ ਇਹ ਸੀਗਾ ਕਿ ਜੇ ਡਿਮਾਂਡ ਸੀਗੀ, ਸਪਲਾਈ ਵੀ ਜਿਹੜੀ ਠੀਕ ਠਾਕ ਸੀਗੀ, ਤਾਂ ਟ੍ਰੈਂਡ ਬੱਚਿਆਂ ਦੇ ਫੇਵਰ 'ਚ ਸੀਗਾ। ਹੁਣ ਟ੍ਰੈਂਡ ਜਿਹੜਾ ਉਹ ਫੇਵਰ ਵਾਲਾ ਨਹੀਂ ਰਹਿ ਗਿਆ। ਤਾਂ ਮੇਰੀ ਐਡਵਾਈਸ ਦੇਖੋ, ਅਗਰ ਤੁਸੀਂ ਪੀਟੀ ਕਰ ਰਹੇ ਹੋ, ਪੀਟੀ ਦੇ ਵਧੀਆ ਸਕੋਰ 'ਤੇ ਵੀ ਰਿਫਿਊਜ਼ਲਸ ਆਈ ਹੈ, ਮਤਲਬ ਕਿ ਐਨੀਥਿੰਗ ਜਿਹੜੀ ਨੌਨ ਐਸਡੀਐਸ ਫਾਈਲ ਲੱਗ ਰਹੀ ਸੀ ਉਸ 'ਚ ਜੋ ਓਵਰਆਲ ਰਿਜੈਕਸ਼ਨ ਰੇਸ਼ੋ ਸੀ ਉਹ ਵਧੀ ਸੀਗੀ। ਇਹ ਦੇਖੋ ਜਨਵਰੀ ਇਨਟੇਕ 'ਚ ਵੀ ਕੰਟੀਨਿਊ ਰਹੀ, ਨਹੀਂ ਰੁਕੀ, ਇਹ ਅੱਗੇ ਮਈ 'ਚ ਵੀ ਰਹਿ ਸਕਦੀ। ਹਾਂ, ਮੈਂ ਨਹੀਂ ਕਹਿੰਦਾ ਕਿ ਪੀਟੀ ਦੇ ਫਾਈਲ ਨਾ ਲਾਓ, ਪੀਟੀ ਦੇ ਫਾਈਲ ਤੁਸੀਂ ਲਾ ਸਕਦੇ ਹੋ। ਪੀਟੀ ਦਾ ਵਧੀਆ ਸਕੋਰ 57 ਤੋਂ ਉੱਪਰ ਆਫਟਰ +2 ਉੱਤੇ ਵੀਜ਼ੇ ਆ ਰਹੇ ਨੇ, ਘੱਟ ਵਾਲੇ ਦੇ ਨਹੀਂ ਆ ਰਹੇ, ਬਟ ਓਵਰਆਲ ਰੇਸ਼ੋ ਡਾਊਨ ਹੋਈ ਹੈ। ਤਾਂ ਆਪਾਂ ਨੂੰ ਇਹ ਦੇਖਣਾ ਪੈਣਾ ਕਿ ਕਿਤੇ ਨਾ ਕਿਤੇ ਸਾਈਨ ਹੋ ਸਕਦੇ ਆ ਐਮਬੈਸੀ ਵੱਲੋਂ ਕਿ ਅਗਲਾ ਜਿਹੜਾ ਫਿਊਚਰ ਹੈ ਉਹ ਐਸਡੀਐਸ ਕੇਸਿਸ ਦੇ ਉੱਪਰ ਜ਼ਿਆਦਾ ਓਰੀਐਂਟਡ ਰਹਿ ਸਕਦਾ, ਜਾਂ ਲੈਂਗੁਏਜ ਐਬਿਲਿਟੀ ਜਿਹੜੀ ਹੈ ਉਹ ਪ੍ਰਾਈਮ ਫੋਕਸ 'ਚ ਉਹ ਰੱਖ ਸਕਦੇ ਆ। ਗੈਪ ਵੀ ਚੀਜ਼ਾਂ ਹੁੰਦੀਆਂ ਨੇ। ਮੈਂ ਵੀ ਕਹਿੰਦਾ ਕਿ ਐਸਡੀਐਸ 'ਚ ਫਾਈਲ ਲੱਗਣੀ ਕੋਈ ਵੀਜ਼ਾ ਦੀ ਗਰੰਟੀ ਥੋੜੀ ਹੈ। ਜੇ ਤੁਹਾਡਾ 5 ਸਾਲ ਦਾ ਗੈਪ ਪੈ ਗਿਆ, ਕੋਈ ਜਸਟੀਫਿਕੇਸ਼ਨ ਹੈ ਨਹੀਂ, ਐਸਡੀਐਸ 'ਚ ਫਾਈਲ ਲਗਾ ਲਓਗੇ ਤਾਂ ਵੀਜ਼ਾ ਥੋੜੀ ਤੁਸੀਂ ਲੈ ਲਓਗੇ। ਐਸਡੀਐਸ 'ਚ ਫਾਈਲ ਲਗਾਉਣ ਦਾ ਮਤਲਬ ਕਿ ਤੁਹਾਡੀ ਲੈਂਗੁਏਜ ਐਬਿਲਿਟੀ ਜਿਹੜੀ ਹੈ ਉਹ ਸਫੀਸ਼ੀਐਂਟ ਹੈ, ਜੋ ਉਹਨਾਂ ਨੇ ਬੈਂਚਮਾਰਕ ਰੱਖਿਆ। ਉਹ ਲੈਂਗੁਏਜ ਐਬਿਲਿਟੀ ਪ੍ਰੂਵ ਕਰਨ ਦਾ ਜਿਹੜਾ ਮੀਡੀਅਮ ਉਹਨਾਂ ਨੇ ਕਿਹਾ ਸੀਗਾ ਦੈਟ ਇਜ਼ ਆਇਲਸ, ਉਹ ਤੁਸੀਂ ਦਿੱਤਾ ਹੋਇਆ। ਦੈਟ ਮੀਨਸ 1 ਸਾਲ ਦੀ ਫੀਸ ਪੇ ਕਰੋ, ਜੀਆਈਸੀ ਕਰੋ, ਤਾਂ ਤੁਸੀਂ ਐਸਡੀਐਸ 'ਚ ਫਾਈਲ ਲਗਾ ਰਹੇ ਹੋ, ਜੋ ਵੀਜ਼ਾ ਆਫਿਸਰ ਲਈ ਵੀ ਰਿਜ਼ਲਟ ਦੇਣਾ ਈਜ਼ੀ ਹੈ। ਇਹ ਵੀ ਇੱਕ ਫੈਕਟਰ ਹੈ, ਵੀਜ਼ਾ ਆਫਿਸਰ ਲਈ ਐਸਡੀਐਸ ਫਾਈਲ ਤੇ ਰਿਜ਼ਲਟ ਦੇਣਾ ਈਜ਼ੀ ਹੈ। ਪੋਜ਼ਿਟਿਵ ਰਿਜ਼ਲਟ ਦੇ ਜ਼ਿਆਦਾ ਚਾਂਸ ਤਾਂ ਹੁੰਦੇ ਆ ਕਿਉਂਕਿ ਉਹ ਲੈਂਗੁਏਜ ਐਬਿਲਿਟੀ ਦਾ ਆਬਜੈਕਸ਼ਨ ਨਹੀਂ ਲੱਗ ਸਕਦਾ, ਕਿਉਂਕਿ ਉਹ ਆਲਰੇਡੀ 6 ਈਚ 'ਤੇ ਫਾਈਲ ਲਗਾ ਰਿਹਾ। ਮੈਕਸੀਮਮ ਜਿਹੜੀਆਂ ਹੁਣ ਵੀ ਰਿਫਿਊਜ਼ਲਸ ਆਈਆਂ, ਚਾਹੇ ਫਾਈਨੈਂਸ਼ੀਅਲੀ ਜਿਹਨੂੰ ਗੱਲ ਕਰ ਲਓ, ਲੈਂਗੁਏਜ ਐਬਿਲਿਟੀ ਜੇ ਕੇਪਸ ਨੋਟ ਅਪਲਾਈ ਕੀਤੇ ਤਾਂ ਬੜਾ ਵੱਡਾ ਫੈਕਟਰ ਹੈ। ਉਹਨੂੰ ਅਗਰ ਓਵਰਕਮ ਕਰ ਲੈਣੇ ਤਾਂ ਵੀਜ਼ਾ ਰਿਜੈਕਸ਼ਨ ਜਿਹੜੀ ਹੈ ਉਹ ਘੱਟ ਸਕਦੀ ਹੈ। ਅੱਗੇ ਹੁਣ ਫਿਊਚਰ 'ਚ ਕੀ ਰਹਿਣਾ, ਮੇਰੀ ਐਡਵਾਈਸ ਹੈ ਸੇਫ ਸਾਈਡ ਲੈਣੀ ਚਾਹੀਦੀ ਹੈ। ਅਗਰ ਤੁਸੀਂ ਬਹੁਤ ਮਿਹਨਤ ਕਰ ਲਈ, ਨਹੀਂ ਇੰਪਰੂਵ ਹੋਏ, ਦੈਨ ਯੂ ਕੈਨ ਟਰਾਈ ਯੂਅਰ ਲੱਕ, ਤੁਸੀਂ ਅਪਲਾਈ ਕਰ ਸਕਦੇ ਹੋ। ਬਟ ਅਗਰ ਤੁਸੀਂ ਇੱਕ ਅੱਧੀ ਅਟੈਂਪਟ ਕੀਤੀ, ਇੰਪਰੂਵ ਕਰ ਸਕਦੇ ਹੋ, ਤਾਂ ਮੇਰੀ ਐਡਵਾਈਸ ਹੈ ਮੈਕਸੀਮਮ ਸਕੋਰ ਗੇਨ ਕਰਨ ਦੀ ਕੋਸ਼ਿਸ਼ ਕਰੋ। ਜ਼ਰੂਰੀ ਨਹੀਂ ਕਿ 6 ਈਚ ਲੈਣਾ, ਤੁਸੀਂ 6.5 ਗੇਨ ਕਰਨ ਦੀ ਕੋਸ਼ਿਸ਼ ਕਰੋ, 7 ਬੈਂਡ ਗੇਨ ਕਰਨ ਦੀ ਕੋਸ਼ਿਸ਼ ਕਰੋ, ਹਰ ਲੈਵਲ ਨੂੰ ਟੱਚ ਕਰਨ ਦੀ ਕੋਸ਼ਿਸ਼ ਕਰੋ, ਤਾਂ ਰਿਜ਼ਲਟ ਜਿਹੜਾ ਉਹਦੀ ਪੋਜ਼ਿਟਿਵ ਆਊਟਕਮ ਆ ਸਕਦੀ ਹੈ। ਆਉਣ ਵਾਲਾ ਟਾਈਮ ਜਿਹੜਾ ਦੇਖੋ ਐਸਟੀਐਸ ਦੇ ਫੇਵਰ 'ਚ ਜ਼ਿਆਦਾ ਦਿਖਦਾ ਹੈ। ਨੌਨ ਐਸਟੀਐਸ ਕੇਸਿਸ 'ਤੇ ਵੀਜ਼ੇ ਆਉਣਗੇ, ਲੇਕਿਨ ਉਹ ਰੇਸ਼ੋ ਜਿਹੜੀ ਹੈ, ਪਹਿਲਾਂ ਸੀਗਾ ਕਿ 50-60% ਵੀਜ਼ੇ ਆ ਜਾਂਦੇ ਸੀ, ਹੁਣ ਉਹ ਰੇਸ਼ੋ ਘੱਟ ਕੇ 10, 20, 25, 30% ਵਟਐਵਰ, ਐਗਜ਼ੈਕਟ ਡਾਟਾ ਮੇਰੇ ਕੋਲ ਨਹੀਂ ਹੈ, ਉੱਥੇ ਆ ਗਈ। ਬਟ ਇਹ ਸਮਹਾਉ 50% ਦੇ ਆਸ-ਪਾਸ ਪਹੁੰਚਦੀ ਜਿਹੜੀ ਉਹਨੂੰ ਸ਼ਾਇਦ ਟਾਈਮ ਲੱਗ ਸਕਦਾ। ਬਾਕੀ ਡਿਪੈਂਡ ਕਰੇਗਾ ਅੱਗੇ ਟ੍ਰੈਂਡ ਦੇ ਉੱਪਰ ਜਾ ਕੇ, ਜੋ ਕਿ ਆਪਾਂ ਨੂੰ ਮਈ ਇਨਟੇਕ ਦੇ ਐਪਲੀਕੈਂਟ ਤੋਂ 100% ਕਲੀਅਰ ਹੋ ਜਾਣਾ ਕਿ ਨੌਨ ਐਸਟੀਐਸ ਨੂੰ ਅੱਗੇ ਫਿਊਚਰ 'ਚ ਉਹਨਾਂ ਨੇ ਐਂਟਰਟੇਨ ਕਰਨਾ ਕਿ ਨਹੀਂ ਕਰਨਾ। ਉਹਦੇ ਲਈ 2-3 ਮਹੀਨੇ ਹੋਰ ਲੱਗਣਗੇ।
ਐਗਜ਼ੈਕਟ ਆਨਸਰ ਵਾਸਤੇ ਕਿ ਨੌਨ ਐਸਟੀ 'ਚ ਫਾਈਲ ਲਾਣੀ ਵੀ ਚਾਹੀਦੀ ਹੈ ਕਿ ਹੁਣ ਬੰਦ ਕਰ ਦੇਣੀ ਚਾਹੀਦੀ ਹੈ ਜੀ। ਸੋ ਨੌਨ ਐਸਡੀਐਸ ਵਾਲੇ ਜ਼ਰੂਰ ਨਿਗਾਹ ਬਣਾ ਕੇ ਰੱਖਣ ਇਸ ਚੀਜ਼ ਤੇ। ਸਾਡੀ ਜ਼ਰੂਰ ਕੋਸ਼ਿਸ਼ ਰਹੇਗੀ ਕਿ ਨੌਨ ਐਸਡੀਐਸ ਦੇ ਟ੍ਰੈਂਡ ਤੇ ਵੀ ਇੱਕ ਦੁਬਾਰਾ ਸ਼ੋਅ ਲੈ ਕੇ ਆਇਆ ਜਾਵੇ ਲੇਟੈਸਟ ਅਪਡੇਟਸ ਦੇ ਹਿਸਾਬ ਨਾਲ, ਖਾਸ ਕਰਕੇ ਮੇ ਇਨਟੇਕ ਨੂੰ ਧਿਆਨ 'ਚ ਰੱਖਦੇ ਹੋਏ। ਧੰਨਵਾਦ ਜੀ। ਸਟੱਡੀ ਵੀਜ਼ਾ ਦੇ ਮੁੱਦੇ ਤੇ ਮੈਂ ਬਣਾਂਗਾ ਤੁਹਾਡੀ ਆਵਾਜ਼। ਕੰਸਲਟੈਂਟ ਪੁੱਛਾਂਗੇ ਸਿੱਧੇ ਸਵਾਲ ਤੇ ਤੁਹਾਨੂੰ ਮਿਲਣਗੇ ਤੁਹਾਡੇ ਸਵਾਲਾਂ ਦੇ ਜਵਾਬ।